बिस्मिल्लाहिर्रहमानिर्रहीम अस्सलामु अलैकुम। वेलकम टू द फार्मिंग टिप्स में शाहिद अली अवान की जानिब से खुश आमदीद। मुअज़्ज़ज़ नाज़रीन, आज हम आपको एक सादा से डेयरी फार्म पे लाए हैं जिनके मालिक भी एक सादा से इंसान मगर मन के सच्चे और खरे इंसान हैं। इनका मानना है कि वालिदैन का फर्माबरदार और अदब करने वाला हर फील्ड में कामयाब होता है। वालिदैन के इस फर्माबरदार बेटे ने अपनी सारी ज़िंदगी में डेयरी फार्मिंग कैसे की और कैसे कैसे इन्होंने अपनी चीज़ों को किया और किस तरह कामयाबियों को समेटा, तो चलें आपकी मुलाकात इनसे मिलवाते हैं और इन्हीं की ज़ुबानी जानते हैं कि वो कैसे अपनी बफलो फार्मिंग का काम करते रहे और कैसे कैसे कामयाबियाँ हासिल करते रहे। तो चले आपकी मुलाकात इनसे करवाते हैं। अगर आपको हमारी वीडियो अच्छी लगे तो इसको लाइक, कमेंट और शेयर ज़रूर कर दीजिएगा। और अगर आप आइंदा भी ऐसी मज़ीद मालूमाती वीडियोज़ देखते रहना चाहते हैं तो चैनल को सब्सक्राइब करके बेल आइकन दबा दीजिएगा। तो चलें आपकी मुलाकात इस नेक इंसान से करवाते हैं। अस्सलाम वालेकुम। वालेकुम अस्सलाम सर की हाल है जी? अल्हम्दुलिल्लाह, अल्लाह का शुक्र। सब तो पहले अपना नाम दस दियो जी। मेरा नाम मोहम्मद असलम। असलम साहब, किन्ने साल तू जानवरों का काम करते हो पे? जी मैं तो जिਉਂ ਹੋਈ ਸੰਭਾਲੇ ਜੀ ਇਹਨਾਂ ਜਾਨਵਰਾਂ ਦੇ ਵਿੱਚ ਹੀ ਆਪਣੇ ਮਾਂ-ਬਾਪ ਤੇ ਦਾਦੀ ਦਾਦੇ ਨਾਲ ਮਿਹਨਤ ਕੀਤੀ ਜੀ। माशाअल्लाह, नस्ल दर नस्ल काम करते हो पे, तजर्बाकार तुसी किसान हो जी। बिल्कुल ਤੁਹਾਡਾ जानवरों का काम कैसा रहा है? जी बड़ा अल्लाह का शुक्र जी। अल्लाह पाक ने जी इन्नी बरकत रखी है कि जिन्ना झूठ मार लो उन्ना ही थोड़ा। माशाअल्लाह। ते तुसी आ जानवरों तो की हासिल किया अज तक? ਅਸੀਂ ਇਹਨਾਂ ਜਾਨਵਰਾਂ ਦੇ ਵਿੱਚੋਂ ਬਾਲ ਬੱਚਾ ਪਾਲਿਆ, ਭੈਣਾਂ ਭਰਾਵਾਂ ਦੀ ਸ਼ਾਦੀ ਕੀਤੀ ਹੈ, ਆਪਣੀ ਕੀਤੀ ਹੈ, डेरा बनाया, मकान बनाए ने, जमीन खरीदी है। इस तो बाद अल्लाह की रहमत और केड़ी हो सकती है जी। जिंदाबाद। माशाअल्लाह, कामयाबी कामयाबी इंशाअल्लाह। ते तुहाडे ख्याल नाल तुहाडे काम विच किहड़े बंदे कामयाब हुंदे ने ते किहड़े नाकाम हुंदे ने? साडे काम दे विच ਉਹ लोग कामयाब ने ਜਿਹੜੇ मां-बाप ਦੇ ਜ਼ੇਰੇ ਸਾਰੇ ਕੰਮ ਸਿੱਖ ਲੈਣ ਔਰ ਉਹਨੂੰ ਪ੍ਰਵਾਨ ਚੜਾਉਣ, ਤੇ ਜਿਨ੍ਹਾਂ ਯੈਸ਼ੀ ਕੀਤੀ ਉਹਨਾਂ ਦਾ ਐਂਡ ਤੇ ਆ ਕੇ ਇਹ ਵੇ ਕਿ ਉਹ ਮਾਂ-ਬਾਪ ਦੇ ਤਾਬੇ ਨਹੀਂ ਹੁੰਦੇ ਤੇ ਮਾਂ-ਪਿਓ ਕੋਲ ਫਿਰ ਦੁਆ ਨਹੀਂ ਨਿਕਲਦੀ, ਉਹਨਾਂ ਕੋਲ ਬਦਦੁਆ ਨਿਕਲਦੀ ਹੈ। ਤੇ ਜਿਨ੍ਹਾਂ ਮਾਂ-ਬਾਪ ਦੀਆਂ ਦੁਆਵਾਂ ਦੇ ਲਈ ਉਹਨਾਂ ਨੂੰ ਐਸ ਜਹਾਨ ਵੀ ਉਹਨਾਂ ਦੀ ਬਿਹਤਰੀ, ਅਗਲੇ ਜਹਾਨ ਵੀ ਬਿਹਤਰੀ ਉਹਨਾਂ ਦੀ। माशाअल्लाह। ਜਿਨ੍ਹਾਂ ਦੇ ਮਾਂ-ਬਾਪ ਰਾਜ਼ੀ ਹੈ ਉਹਦੇ ਤੇ ਖੁਦਾ ਰਾਜ਼ੀ ਹੈ। ਜ਼ਬਰਦਸਤ। ਤੇ ਜਿਹੜਾ ਬੰਦਾ ਨਵੇਂ ਸਿਰੇ ਤੋਂ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ, ਉਹਨੂੰ ਜਾਨਵਰਾਂ ਦੇ ਮੁਤਲਕ ਬਿਲਕੁਲ ਵੀ ਮਾਲੂਮਾਤ ਨਹੀਂ ਹੈ, ਉਹ ਇਹ ਸ਼ੁਰੂ ਕਰ ਸਕਦਾ ਹੈ? ਉਹ ਇਹ ਸ਼ੁਰੂ ਇਸ ਤਰ੍ਹਾਂ ਕਰ ਸਕਦਾ ਹੈ ਕਿ ਉਹ ਕਿਸੇ ਤਜਰਬਾਕਾਰ ਬੰਦੇ ਕੋਲ ਪਹਿਲੇ ਤਜਰਬਾ ਸਿੱਖੇ। ਕਿੰਨੀ ਕੁ ਦੇਰ? ਸਾਲ ਸਿੱਖ ਲੈ, 6 ਮਹੀਨੇ ਜੇ ਅਕਲਮੰਦ ਹੋਵੇ ਤੇ ਉਹ 3 ਮਹੀਨੇ ਟ੍ਰੇਨਡ ਹੋ ਜਾਂਦਾ ਹੈ। अगर वो ना अकलमंद हो तो फिर जिया खोता तो जिया इंसान। ठीक है, यानी ਉਹਦੀ अकल ਤੇ ਇਨਹਿਸਾਰ ਕਰਦਾ ਹੈ, ਉਹ ਜਿੰਨੀ ਜਲਦੀ ਸਿੱਖ ਲੇ। ਵੈਸੇ ਉਹਨੂੰ ਕੰਮ ਸ਼ੁਰੂ ਕਰਨ ਤੋਂ ਪਹਿਲੇ ਕੁਛ ਨਾ ਕੁਛ ਸਿੱਖ ਲੈਣਾ ਚਾਹੀਦਾ। ਤੇ ਮਾਸ਼ਾਅੱਲਾ, ਤੁਸੀਂ ਕਿਹੜੀ ਨਸਲ ਦੇ ਜਾਨਵਰ ਰੱਖੇ ਨੇ? ਅਸੀਂ ਨੀਲੀ ਬਾਰ ਦੇ ਕਾੜਾ ਨਸਲ ਦੇ 2 ਨਸਲਾਂ ਜਾਨਵਰ ਰੱਖੇ। ਸਭ ਤੋਂ ਚੰਗੀ ਨਸਲ ਕਿਹੜੀ ਨਸਲ ਨੂੰ ਕਹਿੰਦੇ ਹੋ? ਨੀਲੀ ਬਾਰ ਨੂੰ। ਨੀਲੀ ਬਾਰ ਨੰਬਰ 1 ਨੇ ਜੀ, ਨੰਬਰ 1। ਨੀਲੀ ਬਾਰ ਦੀ ਮੈਂ ਕਿਹੜੀ ਜੂ ਕਿਹੜੇ ਇਲਾਕੇ 'ਚ ਮਿਲਦੀ ਹੈ? ਉਹ ਜਦੋਂ ਇੱਥੋਂ ਅਸੀਂ ਉੱਥੇ ਚਲੇ ਜਾਂਦੇ ਹਾਂ ਨਾ ਤੇ ਅੱਗੋਂ ਇਹ ਸਾਰਾ ਇਲਾਕਾ ਹੀ ਜਾਂ ਬੂਰਾ ਵਿਹਾੜੀ ਇਹ ਵੀ ਨੀਲੀ ਬਾਰ 'ਚ ਆ ਜਾਂਦਾ ਮਾਲ ਦੇ ਹਿਸਾਬ ਦੇ ਵਿੱਚ। ਬੂਰਾ ਵਿਹਾੜੀ ਦਾ ਕਾੜੇ ਸਾਈਡ ਦਾ ਤੇ ਅਸੀਂ ਉੱਥੇ ਜਿੱਧਰ ਵਾਕਫੀਅਤ ਹੋਵੇ ਜਾਂ ਮੰਡੀ ਵਿੱਚ ਚਲੇ ਜਾਈਏ, ਵਾਕਫੀਅਤ ਚਲੇ ਜਾਈਏ, ਉੱਥੋਂ ਖਰੀਦ ਲਿਆਈਦਾ। ਕੱਚੀ ਪੱਕੀ ਤੋਂ ਵੀ ਖਰੀਦ ਲਿਆਈਦੇ ਨੇ। ਨੀਲੀ ਬਾਰ ਸਟੇਸ਼ਨ ਤੋਂ ਲਵੀਏ ਤੇ ਇਸ ਸਾਈਡ ਤੇ ਪਿੰਡ ਨੇ ਮਸ਼ਰਕਾਈ ਸਾਈਡ ਤੇ, ਉਧਰੋਂ ਜਾ ਕੇ ਖਰੀਦ ਲਈਦੇ ਨੇ। ਇਹ ਅੱਲਾ ਦੀ ਮਿਹਰਬਾਨੀ ਹੁੰਦੀ ਹੈ ਕਿ ਬੰਦੇ ਦੇ ਨਸੀਬਾਂ ਦੇ ਵਿੱਚ ਜਿਹਦੇ ਨਸੀਬ ਚੰਗੇ ਹੋਣ ਨਾ ਉਹਨੂੰ ਜਾਨਵਰ ਵੀ ਚੰਗੇ ਮਿਲ ਜਾਂਦੇ ਨੇ, ਤੇ ਜੇ ਨਸੀਬ ਮਾੜੇ ਹੋਣ ਤੇ ਕਿੱਲੇ ਤੇ ਆਏ ਆ ਡੰਗਰ ਵੀ ਦਮ ਦੇ ਜਾਂਦਾ, ਉਹ ਘਾਟਾ ਪਾ ਜਾਂਦਾ। ਯਾਨੀ ਨਸੀਬ ਤੇ ਨੀਅਤ ਤੇ ਡਿਪੈਂਡ ਹੈ। ਤੇ ਨੀਲੀ ਦੀ ਜਿਹੜੀ ਮਹਿਮ ਹੈ ਉਹਦੀ ਕੀ ਪਹਿਚਾਣ ਹੈ, ਕੀ ਉਹਦੀ ਖੂਬੀ ਹੈ? ਇਹ ਜਿਹੜੇ ਰੱਖਦੇ ਨੇ ਉਹਨਾਂ ਨੂੰ ਪਛਾਣ ਹੈ, ਦੂਜੇ ਬੰਦੇ ਦੀ ਪਛਾਣ ਨਹੀਂ। ਇੰਜੀ ਗੱਲ ਹੈ, ਤਾਂ ਵਾਸਤੇ ਤਾਂ ਪੁੱਛਿਆ ਕਿ ਆਮ ਬੰਦੇ ਨੂੰ ਕਿੰਜ ਪਤਾ ਚੱਲੇਗਾ? ਨੀਲੀ ਬਾਰ ਦੀ ਮੱਝ ਜਿਹੜੀ ਹੈ ਉਹ 16 ਕਿਲੋ ਤੋਂ ਟੁਰ ਕੇ ਤੇ 22 ਕਿਲੋ ਤੱਕ ਉਹਦੀ ਐਵਰੇਜ ਹੈ ਸਾਡੇ ਕੋਲ। ਮਾਸ਼ਾਅੱਲਾ। ਤੇ ਅਗਰ ਉਹ ਫਿਰ ਤੁਹਾਨੂੰ ਪਤਾ ਜਿੰਨੀ ਖੁਰਾਕ ਦੇਈ ਉਸ ਹਿਸਾਬ ਨਾਲ ਉਹਨੇ ਆਪਣੀ ਐਵਰੇਜ ਜਿਹੜੀ ਪੂਰੀ ਕਰਨੀ ਹੈ। ਅੱਛਾ, ਇਹਦੀ ਜਿਹੜੀ ਜਿਸਾਮਤ ਹੈ, ਕੱਦ ਬੁੱਤ ਹੈ, ਉਹ ਕਿਸ ਕਿਸਮ ਦਾ ਹੁੰਦਾ ਹੈ? ਥੋੜੀ ਇਹਦੇ ਤੇ ਵੀ ਰੋਸ਼ਨੀ ਪਾਓ। ਇਹ ਜਨਾਬ ਮੁਖਤਲਿਫ ਹੁੰਦੇ ਨੇ ਕਿ ਜਿਸ ਤਰ੍ਹਾਂ ਇਨਸਾਨ ਹੈ ਨਾ ਜੀ, ਕਿ ਕੋਈ ਮਾਂ ਤੇ ਟੁਰ ਜਾਂਦਾ, ਕੋਈ ਬਾਪ ਤੇ ਟੁਰ ਜਾਂਦਾ, ਕਿਸੇ ਦਾ ਕੱਦ ਛੋਟਾ ਰਹਿ ਜਾਂਦਾ, ਕਿਸੇ ਦਾ ਵੱਡਾ ਹੋ ਜਾਂਦਾ ਵੇ। ਇਸੇ ਤਰ੍ਹਾਂ ਇਹਨਾਂ ਦੀ ਵੀ ਕਿ ਜਿਨ੍ਹਾਂ ਜਾਨਵਰਾਂ ਨਿੱਕਿਆਂ ਹੁੰਦਿਆਂ ਦੁੱਧ ਜ਼ਿਆਦਾ ਲੱਭਾ ਵੇ, ਕੱਦਾਵਰ ਹੋ ਜਾਂਦੇ ਨੇ, ਆਪਣਾ ਜਿਸਮ ਖੋਲ ਜਾਂਦੇ ਨੇ। ਤੇ ਜਿਨ੍ਹਾਂ ਨੂੰ ਮਾਲਕਾਂ ਦੁੱਧ ਨਾ ਛੱਡਿਆ ਹੋਵੇ, ਨਾ ਉਹਨਾਂ ਨੂੰ ਖੁਰਾਕ ਦਿੱਤੀ ਹੈ, ਉਹ ਕੱਦ ਵੀ ਮੰਦਰਾ ਰਹਿ ਜਾਂਦੇ ਨੇ, ਫਿਰ ਉਹ ਦੁੱਧ ਵੀ ਥੋੜਾ ਦਿੰਦੇ ਨੇ। ਖੁਰਾਕ ਤੇ ਵੀ ਡਿਪੈਂਡ ਕਰਦਾ। ਖੁਰਾਕ ਤੇ ਵੀ ਡਿਪੈਂਡ ਕਰਦਾ। ਤੇ ਇਸ ਟਾਈਮ ਕਿੰਨੇ ਜਾਨਵਰ ਨੇ ਤੁਹਾਡੇ ਫਾਰਮ ਤੇ? ਇਸ ਟਾਈਮ ਤੇ ਸਾਡੇ ਫਾਰਮ ਤੇ ਜਨਾਬ 12 ਮਈਆਂ ਨੇ, 2 ਗਾਈ ਨੇ। ਤੇ ਅੱਲਾ ਦਾ ਸ਼ੁਕਰ ਹੈ ਕਿ ਇਹਦੇ ਵਿੱਚ ਹੀ ਅੱਲਾ ਨੇ ਬਰਕਤ ਪਾਈ ਕਿ 7-8 ਹਜ਼ਾਰ ਰੁਪਏ ਦਿਹਾੜੀ ਲਾ ਛੱਡਦੇ। ਮਾਸ਼ਾਅੱਲਾ ਮਾਸ਼ਾਅੱਲਾ। 14 ਜਾਨਵਰਾਂ ਤੋਂ ਜੀ 7-8 ਹਜ਼ਾਰ ਦੀ ਦਿਹਾੜੀ। ਅੱਲਾਹ ਪਾਕ ਸਰ ਮਜ਼ੀਦ ਬਰਕਤ ਅਤਾ ਫਰਮਾਏ। ਆਮੀਨ। ਤੇ 14 ਜਾਨਵਰਾਂ ਵਾਸਤੇ ਕਿੰਨੇ ਕਿੱਲੇ ਪੱਠੇ ਕਾਸ਼ਤ ਕੀਤੇ ਜੇ?
ਅਸਾਂ ਉਹਨਾਂ ਵਾਸਤੇ 4 ਕਿੱਲੇ ਪੱਠੇ ਕਾਸ਼ਤ ਕੀਤੇ। 4 ਕਿੱਲੇ ਕਾਫੀ ਨੇ ਜੀ, ਬਹੁਤ ਨੇ ਇਹਨਾਂ ਵਾਸਤੇ। 14 ਜਾਨਵਰਾਂ ਵਾਸਤੇ ਸਾਲ ਦਾ ਰਾਸ਼ਨ ਪਾਣੀ ਕਿੰਨਾ ਇਕੱਠਾ ਕਰਦੇ ਹੋ? ਤੂੜੀ ਪਰਾਲੀ ਵਗੈਰਾ? ਕਮ ਸੇ ਕਮ ਤੂੜੀ ਵੀ ਜਿਹੜੀ ਉਹ 10 ਕਿੱਲਿਆਂ ਦੀ ਇਕੱਠੀ ਕਰ ਲਈਦੀ ਹੈ, ਤੇ ਜਿਹੜੀ ਪਰਾਲੀ ਹੈ ਇਹ ਵੀ 2-4 ਕਿੱਲੇ ਦੀ ਇਕੱਠੀ ਕਰ ਲਈਦੀ ਹੈ ਐਮਰਜੈਂਸੀ ਵਾਸਤੇ। ਤੇ 1 ਏਕੜ ਕਮਾਦ ਹੋਵੇ ਤੇ ਨਾਲ ਇਹਨਾਂ ਦਾ ਉਹ ਮਜ਼ੀਦ ਇਜ਼ਾਫਾ ਵੀ ਹੋ ਜਾਂਦਾ। ਕਮਾਦ ਹੋਵੇ, ਦੁੱਧ ਵਿੱਚ ਵੀ ਇਜ਼ਾਫਾ, ਡੰਗਰਾਂ ਨੂੰ ਵੀ ਇਜ਼ਾਫਾ, ਤੇ ਆਪਣੀ ਬਚਤ ਹੋ ਜਾਂਦੀ ਹੈ। ਤੁਸੀਂ ਜ਼ਿਕਰ ਕੀਤਾ ਹੈ ਕਿ 10 ਕਿੱਲੇ ਤੂੜੀ ਤੇ 2 ਕਿੱਲੇ ਪਰਾਲੀ। ਤੂੜੀ ਤੁਸੀਂ ਜ਼ਿਆਦਾ ਇਸਤੇਮਾਲ ਕਰਦੇ ਹੋ ਪਰਾਲੀ ਦੀ ਨਿਸਬਤ? ਹਾਂਜੀ। ਇਹ ਕੀ ਵਜ੍ਹਾ? ਤੂੜੀ ਅੱਛੀ ਹੈ? ਉਹਦੀ ਵਜ੍ਹਾ ਇਹ ਵੇ ਕਿ ਪਰਾਲੀ ਜਿਹੜੀ ਇਹਦੇ ਚ ਜ਼ਹਿਰਬਾਦ ਸ਼ੁਰੂ ਹੋ ਜਾਂਦਾ ਹੈ। ਇਹ ਅਸੀਂ ਉਦੋਂ ਸ਼ੁਰੂ ਕਰਨੇ ਜਦੋਂ ਕੋਈ ਪਾਸਾ ਨਾ ਲੱਭੇ ਕਿ ਨਹੀਂ ਹੈ ਤੂੜੀ, ਨਹੀਂ ਹੈ ਕੋਈ ਚੀਜ਼, ਫਿਰ ਪਰਾਲੀ ਇਸਤੇਮਾਲ ਕਰਦੇ, ਯਾਨੀ ਮਜਬੂਰਨ ਫਿਰ ਕਰਦੇ? ਮਜਬੂਰਨ। ਤੇ ਕਮਾਦ ਦਾ ਕੀ ਫਾਇਦਾ ਹੈ? ਕਮਾਦ ਦਾ ਇਹ ਫਾਇਦਾ ਵੇ ਕਿ ਜਾਨਵਰ ਜਿਹੜੇ ਦੁੱਧ ਵੀ ਜ਼ਿਆਦਾ ਦਿੰਦੇ ਨੇ, ਆਪਣਾ ਪੇਟ ਭਰ ਕੇ ਖਾ ਵੀ ਲੈਂਦੇ ਨੇ, ਤੇ ਉਹਨਾਂ ਵਾਸਤੇ ਕਮਾਦ ਹੈ ਵੀ ਬਿਹਤਰੀਨ ਨਸ਼ੋ-ਨੁਮਾ ਬਿਹਤਰੀ ਹੈ ਕਿ ਉਹਦੇ ਕੈਲਸ਼ੀਅਮ ਦੀ ਕਮੀ ਪੂਰੀ ਹੋ ਜਾਂਦੀ ਹੈ। ਮਾਸ਼ਾਅੱਲਾ। ਤੇ ਅੱਜ ਕੱਲ ਜਿਹੜਾ ਦਿਨ ਜਾ ਰਹੇ ਨੇ, ਤੁਸੀਂ ਆਪਣੇ ਜਾਨਵਰਾਂ ਦੀ ਕੀ ਰੂਟੀਨ ਰੱਖੀ ਹੈ? ਸਵੇਰ ਤੋਂ ਲੈ ਕੇ ਇਹਨਾਂ ਨੂੰ ਕੀ ਖਿਲਾਉਂਦੇ ਪਿਲਾਉਂਦੇ ਹੋ, ਇਹ ਦੱਸ ਦਿਓ। ਸਵੇਰ ਤੋਂ ਟੁਰ ਕੇ ਤੇ ਹੁਣ ਤੱਕ ਇਹਨਾਂ ਨੂੰ ਖਿਲਾਇਆ ਪਿਲਾਇਆ, ਵੰਡਾ ਖਵਾਇਆ, ਇਹਨਾਂ ਨੂੰ ਤੂੜੀ ਖਵਾਈ ਹੈ ਤੇ ਕਮਾਦ ਖਵਾਇਆ। ਅਈਏ ਪੱਠੇ ਸਾਡੇ ਕੋਲ ਹੈ ਨਹੀਂ ਜਿਹੜੇ ਅਸਾਂ ਪਾਣੇ ਨੇ, ਕਿਉਂਕਿ ਤੁਹਾਨੂੰ ਦੱਸਿਆ ਕਿ ਅਜ਼ਾਬ ਦੀ ਸ਼ਕਲ ਇਖਤਿਆਰ ਹੋ ਗਈ ਸਾਡੇ ਤੇ, ਯਾਨੀ ਉਹ ਬਾਰਿਸ਼ ਦੀ ਵਜ੍ਹਾ ਤੋਂ ਪਾਣੀ ਇੱਧਰ ਆਇਆ ਸੀ, ਪਾਣੀ ਇੱਧਰ ਆਇਆ ਸੀ। ਤੇ ਇਸ ਵਾਸਤੇ ਅੱਜ ਕੱਲ ਕਮਾਦ ਤੇ ਤੂੜੀ ਚੱਲ ਰਹੀ ਹੈ ਤੇ ਵੰਡਾ। ਤੇ ਅੱਲਾ ਦਾ ਸ਼ੁਕਰ ਹੈ ਕਿ ਅੱਲਾ ਨਿਜ਼ਾਮ ਚਲਾਉਂਦਾ ਪਿਆ ਜਾਨਵਰਾਂ ਦਾ ਵੀ, ਸਾਡੇ ਬੱਚਿਆਂ ਦਾ ਵੀ। ਤੇ ਇਸ ਤੋਂ ਬਿਹਤਰੀ ਹੋਰ ਨਿਜ਼ਾਮ ਕਿਹੜਾ ਵੇ ਕਿ ਅੱਲਾ ਦੀ ਰਹਿਮਤ ਹੁੰਦੀ ਹੈ ਕਿ ਜਿਸ ਘਰ ਦੇ ਵਿੱਚ ਡੇਲੀ ਸਵੇਰ ਉੱਠਦੇ ਪੈਸੇ ਨਜ਼ਰੀ ਆਉਣ। ਜੀ ਜੀ, ਇਹ ਵੀ ਅੱਲਾ ਦੀ ਰਹਿਮਤ ਹੁੰਦੀ ਹੈ। ਅੱਲਾ ਦੀ ਰਹਿਮਤ ਹੈ। ਹਾਂਜੀ। ਤੇ ਤੁਸੀਂ ਸਵੇਰ ਵੀ ਕਮਾਦ ਤੇ ਤੂੜੀ ਤੇ ਸ਼ਾਮੀ ਵੀ ਕਮਾਦ ਤੇ ਤੂੜੀ? ਸ਼ਾਮੀ ਵੀ ਕਮਾਦ ਤੇ ਤੂੜੀ ਤੇ ਵੰਡਾ। ਤੇ ਵੰਡਾ ਕਿਹੜਾ ਇਸਤੇਮਾਲ ਕਰਦੇ ਹੋ? ਵੰਡਾ ਖਲ ਵੀ ਪਾ ਲਈ ਦੀ। ਖਲ ਕਿਹੜੀ? ਖਲ ਤੇਜ਼ਗਾਮ ਖਲ ਆ ਰਹੀ ਹੈ ਅੱਜ ਕੱਲ। ਅੱਛਾ, ਉਹ ਪਾ ਰਹੇ ਆ। ਆਸਟ੍ਰੇਲੀਅਨ ਵੰਡਾ ਪਾ ਰਹੇ ਆ। ਆਸਟ੍ਰੇਲੀਅਨ ਵੰਡਾ ਉਹ ਕਿਹੜੀ ਚੀਜ਼ ਦਾ ਬਣਿਆ ਬਣਾਇਆ? ਬਣਿਆ ਬਣਾਇਆ। ਅੱਛਾ। ਉਹਦੇ ਵਿੱਚ ਮਕਈ ਵੀ ਹੈ, ਕਣਕ ਵੀ ਹੈ, ਖਲ ਵੀ ਹੈ, ਵਡੇਵਾ ਵੀ ਹੈ, ਯਾਨੀ ਉਹ ਤਕਰੀਬਨ 12-13 ਵੰਡੇ ਉਹਨਾਂ ਮਿਕਸ ਕਰਕੇ ਤੇ ਇੱਕ ਮਨ ਦੀ ਪੈਕਿੰਗ ਰੱਖੀ। ਉਹ ਅੱਛਾ ਵੰਡਾ ਪਾਉਂਦੇ ਆ ਡੰਗਰਾਂ ਨੂੰ। ਡੰਗਰ ਉਹਦੇ ਨਾਲ ਕੱਦ ਵੀ ਆਪਣਾ ਨਸ਼ੋ-ਨੁਮਾ ਪਾਉਂਦੇ ਨੇ ਤੇ ਬਿਮਾਰ ਵੀ ਘੱਟ ਹੁੰਦੇ। ਤੁਸੀਂ ਉਹ ਵੰਡੇ ਤੋਂ ਮੁਤਮਈਨ ਹੋ? ਅਸੀਂ ਉਹ ਤੋਂ ਮੁਤਮਈਨ। ਕਈ ਲੋਕ ਕਹਿੰਦੇ ਨੇ ਉਹ ਕੋਈ ਫਾਇਦਾ ਨਹੀਂ ਉਹਦਾ। ਵੇਖੋ ਜੀ, ਜਿੰਨਾ ਉਹਨਾਂ ਨੂੰ ਪਾਣੀ ਨਹੀਂ ਪਿਲਾਉਣਾ ਟਾਈਮ ਨਾਲ, ਉਹਨਾਂ ਦੇ ਆਖਣਾ ਕੋਈ ਫਾਇਦਾ ਨਹੀਂ। ਇਹਦੇ ਵਾਸਤੇ ਉਹਨੂੰ ਪਾਣੀ ਦੀ ਨਸ਼ੋ ਨਾਲ ਜ਼ਰੂਰੀ, ਡੰਗਰ ਨੂੰ ਪਾਣੀ ਜਿਹੜਾ ਕਿ ਆਸਟ੍ਰੇਲੀਅਨ ਵੰਡਾ ਖਵਾਉਣ ਵਾਸਤੇ ਉਹਨੂੰ ਪਾਣੀ ਲਾਜ਼ਮੀ ਹੈ। ਠੀਕ ਹੈ। ਅਗਰ ਪਾਣੀ ਨਾ ਪਾਵਾਂ ਫਿਰ ਥਣਾ ਤੇ ਅਸਰ ਪਵੇਗਾ। ਥਣਾ ਤੇ ਅਸਰ ਪਏਗਾ ਜੀ। ਫਿਰ ਥਣਾ ਵਿੱਚ ਛਿਛਲੇ ਆਣ ਅਗਰ ਉਹਨਾਂ ਨੂੰ ਪਾਣੀ ਨਾ ਪਾਵਾਂ ਧਿਆਨ ਰੱਖੋ। ਪਾਣੀ ਉਹਨਾਂ ਨੂੰ ਹੋਣ ਦੇ ਟਾਈਮ ਵਿੱਚ ਵੀ ਕਮ ਸੇ ਕਮ 4 ਦਫਾ ਚਾਹੀਦਾ ਦਿਹਾੜੀ ਵਿੱਚ। ਸਰਦੀਆਂ 'ਚ ਤੇ ਗਰਮੀਆਂ 'ਚ? ਤੇ ਗਰਮੀਆਂ 'ਚ ਉਹਨਾਂ ਨੂੰ ਹਰ 2 ਘੰਟੇ ਬਾਅਦ ਪਾਣੀ ਚਾਹੀਦਾ। ਉਹ ਵੰਡੇ ਦੇ ਨਾਲ? ਉਸ ਵੰਡੇ ਦੇ ਨਾਲ। ਅਗਰ ਵੰਡਾ ਨਾ ਪਾਈਏ ਤੇ ਫਿਰ ਇੰਨਾ ਪਾਣੀ ਨਹੀਂ ਚਾਹੀਦਾ? ਫਿਰ ਉਹਨਾਂ ਦਿਹਾੜੀ 2-3 ਦਫਾ ਪੀ ਲੈਣ ਤੇ ਕਾਫੀ ਨੇ। ਠੀਕ ਹੈ ਜੀ। ਅੱਛਾ, ਤੁਹਾਡੇ ਡੰਗਰਾਂ ਨੂੰ ਕਦੀ ਉਹ ਚੰਦਰੀਏ ਦਾ ਮਸਲਾ ਹੋਇਆ? ਅਜੇ ਪਿੱਛੇ ਤੇ ਸੀ ਕਦੀ ਆ ਤੇ ਇੱਕ ਮੱਝ ਨੂੰ ਹੁਣ ਆ ਕੇ ਹੋਇਆ ਵੀ ਇਹ ਅਜ਼ਾਬ ਦੀ ਵਜ੍ਹਾ ਤੋਂ। ਅੱਛਾ। ਹਾਂਜੀ। ਉਹ ਮਤਲਬ ਕਿਉਂ? ਕਿ ਉਹ ਚੰਗਾ ਮਾੜਾ ਪੱਠਾ ਖਾਂਦੇ ਸਨ ਤੇ ਉਹਦੇ ਤੋਂ ਆ ਕੇ ਡੰਗਰਾਂ ਨੂੰ ਜ਼ਹਿਰ ਹੋ ਗਿਆ ਸੀ। ਠੀਕ ਹੈ। ਤੇ ਜਦੋਂ ਪਤਾ ਲੱਗਿਆ ਅੱਗੋਂ ਉਦੋਂ ਡਾਕਟਰ ਦੀ ਰਹਿਨੁਮਾਈ ਹਾਸਲ ਕੀਤੀ, ਤਲਾ ਕਰਮ ਕਰ ਛੱਡਿਆ, ਠੀਕ ਹੋ ਗਏ। ਠੀਕ ਹੈ। ਹਾਂਜੀ। ਇਹਨਾਂ ਜਾਨਵਰਾਂ ਨੂੰ ਕਿੰਨੇ ਬੰਦੇ ਤੁਸੀਂ ਸੰਭਾਲ ਰਹੇ ਹੋ? ਇਹ 2 ਬੰਦੇ। 2 ਬੰਦੇ ਆਸਾਨੀ ਨਾਲ? ਜੀ ਆਸਾਨੀ ਨਾਲ। ਹੋਰ ਵੀ ਹੋਣ ਤੇ ਫਿਰ ਵੀ ਸੰਭਾਲ ਸਕਦੇ ਹੋ? ਹੋਰ ਵੀ ਹੋਰ ਸੰਭਾਲ ਸਕਦੇ। ਕਿੰਨੇ ਕੁ? ਜਿੰਨੇ ਖੁਦਾ ਦੇ, ਇਹ ਖੁਦਾ ਦੀ ਰਹਿਮਤ ਹੁੰਦੀ ਹੈ। ਜੇ ਖੁਦਾ ਮਾਲ ਦੇ ਤੇ ਉਹਦੇ ਨਾਲ ਲਾਇਮਤ ਵੀ ਦਿੰਦਾ ਬੰਦੇ ਨੂੰ ਸਾਂਭਣ ਵਾਸਤੇ, ਕਿਉਂ ਨਹੀਂ? ਬਿਲਕੁਲ। ਹਾਂਜੀ। ਠੀਕ ਹੈ। ਡੇਲੀ ਕਿੰਨਾ ਖਰਚਾ ਆ ਜਾਂਦਾ ਇੱਕ ਜਾਨਵਰ ਤੇ? ਡੇਲੀ ਜੇ ਤੇ ਵੱਡੇ ਪੱਠੇ ਪਾਈਏ ਮੁੱਲ ਦੇ ਫਿਰ ਤੇ 1000 ਰੁਪਏ ਇੱਕ ਡੰਗਰ ਦਾ ਖਰਚਾ ਹੈ। ਅੱਛਾ। ਤੇ ਸਾਨੂੰ ਉਹ ਮਹਿਸੂਸ ਇਸ ਵਾਸਤੇ ਨਹੀਂ ਹੁੰਦਾ ਕਿ ਸਾਡੀ ਜ਼ਮੀਨ ਵੀ ਆਪਣੀ ਹੈ। ਅੱਛਾ। ਬਾਪ ਦਾਦੇ ਦੀ ਮਾਲਕੀ ਹੈ। ਅੱਗੋਂ ਅਸੀਂ ਮਾਲਕ, ਅੱਗੋਂ ਹੋਰ ਕੋਈ ਮਾਲਕ ਆ ਜਾਏਗਾ। ਠੀਕ ਹੈ। ਤੇ ਇਸ ਵਾਸਤੇ ਸਾਨੂੰ ਇਹ ਮਹਿਸੂਸ ਨਹੀਂ ਹੁੰਦਾ। ਸਾਨੂੰ ਪੈਸੇ ਮਹਿਸੂਸ ਹੁੰਦੇ ਕਿ ਅਸੀਂ 8-9 ਹਜ਼ਾਰ ਦਿਹਾੜੀ ਲਾ ਲੈਂਦੇ ਆ। ਸਾਨੂੰ ਆਪਣੇ ਘਰ ਦੇ ਪੱਠੇ ਸਾਨੂੰ ਮਹਿਸੂਸ ਨਹੀਂ ਹੁੰਦਾ ਕਿ ਕੀ ਖਰਚਾ ਦੇਣੇ ਤੇ ਕੀ ਨਹੀਂ। ਨਹੀਂ, ਮੈਂ ਜਸਟੀਫਾਈ ਕਰੋ ਨਾ ਕਿ ਆਮ ਤੌਰ ਤੇ ਲੋਕ ਕਹਿੰਦੇ ਨੇ ਕਿ ਬਹੁਤੇ ਤੋਂ ਬਹੁਤਾ ਇੱਕ ਮੱਝ ਤੇ 300-400 ਖਰਚ ਹੁੰਦਾ ਹੈ। ਤੁਸੀਂ 1000 ਗੱਲ ਕੀਤੀ ਹੈ। 1000 ਕਿੰਜ ਖਰਚ ਹੋ ਜਾਂਦਾ ਇੱਕ ਮੱਝ ਤੇ? 1000 ਇੰਜ ਖਰਚ ਹੋ ਜਾਂਦਾ ਜੇ ਕਿ ਉਹਦੇ ਵਿੱਚ ਆਪਣੀ ਵੀ ਦਿਹਾੜੀ ਉੱਤੇ ਪਾਈ ਦੀ ਹੈ। ਠੀਕ ਹੈ। ਠੀਕ ਹੈ। ਫਿਰ ਉਹਨੂੰ ਜਿਹੜਾ ਚਾਰਾ ਦੇਣਾ ਹੈ, ਵੰਡਾ ਦੇਣਾ ਹੈ, ਫਿਰ ਉਹ ਵੀ ਪਾਈ ਦਿਆ ਕਿ ਇਹ ਇੱਥੇ ਰਹਿ ਰਹੀ ਹੈ। ਇਹਦਾ ਇਹ ਵੀ 100 ਰੁਪਇਆ ਪਾਣਾ 24 ਘੰਟਿਆਂ ਦੇ ਇਹਦੇ ਉੱਤੇ। ਅੱਛਾ। ਉਹ ਇਸ ਵਾਸਤੇ ਜੇ 1000 ਖਾਏ ਦੀ ਨਾ, 1000 ਦਾ ਖਰਚਾ ਬਣਾਏ ਦੀ, ਫਿਰ ਐਵਰੇਜ ਦੇ ਦੀ 1600-1700 ਰੁਪਇਆ। ਅੱਛਾ ਜੀ। 100 ਰੁਪਏ ਕਿਲੋ ਦੁੱਧ ਹੋਵੇ ਤੇ 16 ਕਿਲੋ ਜਾਂ 18 ਕਿਲੋ ਡੰਗਰ ਦੁੱਧ ਦੇ ਤੋਂ ਘਾਟਾ ਤੇ ਕੋਈ ਨਹੀਂ ਨਾ। ਫਿਰ ਵੀ 600-700 ਦੇ ਰਹੀ ਹੈ ਜੀ। ਫਿਰ ਵੀ 600-700 ਰੁਪਏ ਇੱਕ ਮੱਝ ਦੇ ਰਹੀ ਹੈ। ਠੀਕ ਹੈ। ਤੁਸੀਂ ਜ਼ਿਕਰ ਕੀਤਾ ਅਗਰ ਪੱਠੇ ਮੁੱਲ ਦੇ ਹੋਣ ਜੀ, ਮੁੱਲ ਦੇ। ਅਗਰ ਜ਼ਮੀਨ ਆਪਣੀ ਹੈ ਫਿਰ ਖਰਚਾ ਘੱਟ ਹੈ। ਫਿਰ ਖਰਚਾ ਕੋਈ ਨਹੀਂ ਇਹਨਾਂ ਦਾ। ਫਿਰ ਖਰਚਾ ਇਹ ਹੈ ਕਿ ਵੰਡਾ ਲੈ ਆਵੋ
ਉਹ 30,000 ਦਾ ਵੰਡਾ, ਉਹਦੇ 14-15 ਡੰਗਰਾਂ ਨੂੰ ਕਾਫੀ ਹੈ। ਠੀਕ ਹੈ। ਹਾਂਜੀ। ਅਗਰ ਕੋਈ ਬੰਦਾ ਨਵਾਂ ਬੰਦਾ ਕੰਮ ਸ਼ੁਰੂ ਕਰਦਾ ਹੈ ਜੀ, ਤੁਸੀਂ 10,000 ਰੁਪਏ ਖਰਚ ਕਰਕੇ 1600-1700 ਮਿਲ ਵੀ ਜਾਂਦਾ ਹੈ ਹਾਂਜੀ। ਤੇ ਸਾਫ ਜ਼ਾਹਿਰ ਮੱਝ ਨੇ ਸਦਾ ਤੇ ਦੁੱਧ ਨਹੀਂ ਦੇਣਾ, ਉਹਨੇ ਕੁਝ ਟਾਈਮ ਐਸਾ ਵੀ ਹੋਣਾ ਜਦੋਂ ਸੂਣ ਵਾਲਾ ਬਣ ਜਾਣਾ ਤੇ ਦੁੱਧ ਨਹੀਂ ਦੇਣਾ। ਵੇਖੋ ਜੀ, ਇੱਕ ਵੱਡਿਆਂ ਦੀ ਮਿਸਾਲ ਹੈ ਕਿ ਬੱਚਾ ਜੰਮਦਾ ਹੁੰਦਾ ਤੇ ਉਹਦੀ ਪਰਵਰਿਸ਼ ਕਰੀਦੀ ਹੈ। ਠੀਕ ਹੈ। ਇਹ ਹਿਸਾਬ ਇਹਨਾਂ ਜਾਨਵਰਾਂ ਦਾ ਕਿ ਸਦਾ ਇਹਨਾਂ ਫਰੈਸ਼ ਵੀ ਨਹੀਂ ਰਹਿਣਾ ਤੇ ਸਦਾ ਇਹਨਾਂ ਦੁੱਧ ਵੀ ਨਹੀਂ ਦੇਣਾ ਤੇ ਸਦਾ ਇਹਨਾਂ ਸੇਲ ਵੀ ਨਹੀਂ ਕਰਾਣੀ। ਅਗਰ ਇਹ 6 ਮਹੀਨੇ ਸੇਲ ਕਰਾਉਂਦੀਆਂ ਨੇ ਤੇ ਉਹ 6 ਮਹੀਨਿਆਂ ਦੇ ਵਿੱਚ ਅਗਰ ਉਹ 4 ਮਹੀਨੇ ਜਦੋਂ 4 ਮਹੀਨੇ ਰਹਿ ਜਾਂਦੇ ਜਦੋਂ ਸੋਰ ਜਾਂਦਾ ਤੇ 6 ਮਹੀਨੇ 7 ਮਹੀਨੇ ਤੱਕ ਉਹ ਦੁੱਧ ਦਿੰਦਾ ਵੇ। ਉਸ ਤੋਂ 3 ਮਹੀਨੇ ਬਾਅਦ ਉਹ ਕੋਈ ਖਾ ਵੀ ਲੇ ਤੇ ਉਹ ਅੱਗੂ ਫਿਰ ਤਿਆਰ ਹੋ ਜਾਂਦਾ, ਉਹਨੂੰ ਡਬਲ ਐਵਰੇਜ ਫਿਰ ਕਰ ਜਾਂਦਾ ਜਿਉਂ ਤਾਜ਼ਾ ਹੁੰਦਾ। ਤੇ ਉਹ ਜਿਸ ਦੌਰਾਨ ਬਗੈਰ ਦੁੱਧ ਤੋਂ ਖਾਂਦਾ ਹੈ ਉਦੋਂ ਵੀ 1000 ਹੀ ਖਰਚਾ ਹੁੰਦਾ, ਕਦੋਂ ਘਟ ਜਾਂਦਾ? ਨਹੀਂ, ਉਦੋਂ ਇਹਨਾਂ ਨੂੰ ਪਾਉਂਦੇ ਹੀ ਡੰਗਰਾਂ ਦਾ ਔਖਰ ਨੇ ਤੇ ਠੀਕ ਹੈ ਥੋੜਾ ਵੰਡਾ ਪਾ ਲਿਆ ਤੇ ਜਿਹੜਾ ਲੈਰੀਆਂ ਮੱਝਾਂ ਦੇ ਪੱਠੇ ਬਚੇ ਹੋਏ ਤੇ ਇਹਨਾਂ ਕੇ ਘਰ ਛੜੇ। ਠੀਕ ਹੈ। ਉਹ ਆਪਣਾ ਪੇਟ ਪੂਜਾ ਕਰ ਲੈਂਦੇ ਨੇ। ਠੀਕ ਹੈ। ਤੇ ਨਾਲ ਲੂਣ ਮਸਾਲਾ ਪਿਆਜ਼ ਤੱਲਾ ਬਿਹਤਰ। ਯਾਨੀ ਕੋਈ ਬੰਦਾ ਅਗਰ ਮੁੱਲ ਦਾ ਕੰਮ ਕਰਦਾ ਹੈ, ਕੋਈ ਨੌਜਵਾਨ ਦੀ ਗੱਲ ਕਰ ਲੈਨੇ ਆ, ਹਾਂਜੀ, ਤੇ ਫਿਰ ਉਹਨੂੰ ਇਹ ਚ ਘਾਟਾ ਤੇ ਨਹੀਂ ਪਏਗਾ? ਘਾਟਾ ਉਹਨੂੰ ਨਹੀਂ ਪਏਗਾ ਕਿ ਨੀਅਤ ਸਾਫ਼ ਹੋਵੇ। ਨੀਅਤ ਸਾਫ਼ ਹੋਏਗੀ ਤੇ ਘਾਟਾ ਨਹੀਂ ਪਏਗਾ। ਨੀਅਤ ਦੇ ਸੌਦੇ ਨੇ। ਠੀਕ ਹੈ, ਜ਼ਬਰਦਸਤ। ਕਾਫੀ ਗੱਲਾਂ ਤੁਹਾਨੂੰ ਪੁੱਛ ਲਈਆਂ ਨੇ ਤੇ ਕੋਈ ਐਸੀ ਗੱਲ ਜਿਹੜੀ ਮਤਲਬ ਤੁਹਾਨੂੰ ਪੁੱਛਣੀ ਚਾਹੀਦੀ ਸੀ ਖਾਸ ਕਰ ਨਵੇਂ ਬੰਦਿਆਂ ਦੇ ਹਵਾਲੇ ਨਾਲ ਆਪਣੀ ਤਰਫੋਂ ਦੱਸ ਦਿਓ ਜੀ, ਇਹ ਗੱਲ ਬੜੀ ਅਹਿਮ ਜੇ, ਮੇਰੀ ਗੱਲ ਹੈ ਯਾਦ ਰੱਖਿਓ ਅਗਰ ਕੰਮ ਕਰਨਾ ਹੈ, ਮਤਲਬ ਤੋਹਫਾਤਨ ਬਣ ਜਿਹੜੀ ਕਿਸੇ ਦੇ ਕੰਮ ਆਈਏ, ਆਪਣੀ ਤਰਫੋਂ ਦੱਸ। ਮੇਰੇ ਵੀਰੋ, ਅਗਰ ਤੁਸੀਂ ਮਾਲ ਦਾ ਕੰਮ ਕਰਨਾ ਹੈ, ਡੇਅਰੀ ਦਾ ਕੰਮ ਕਰਨਾ ਹੈ, ਸਭ ਤੋਂ ਪਹਿਲਾਂ ਤੁਹਾਨੂੰ ਤਜਰਬਾ ਜ਼ਰੂਰੀ ਹੋਣਾ ਚਾਹੀਦਾ। ਕਿਸੇ ਵੀ ਬੰਦੇ ਤਜਰਬੇਕਾਰ ਕੋਲ 2 ਮਹੀਨੇ 4 ਮਹੀਨੇ ਬਹਿ ਕੇ ਉਹਦੇ ਕੋਲ ਟਾਈਮ ਜ਼ਾਇਆ ਕਰੋ। ਪਹਿਲੋਂ ਉਹਦੇ ਕੋਲ ਪੁੱਛੋ ਵੇ ਡੰਗਰ ਖਾਂਦੇ ਕੀ ਨੇ, ਇਹਨਾਂ ਦੀ ਐਵਰੇਜ ਕੀ ਹੈ, ਪਹਿਲੋਂ ਇਹਨਾਂ ਦੀ ਨਫਸੀਆਤ ਬੁੱਝਣੀ ਪੈਂਦੀ ਹੈ ਤੇ ਫਿਰ ਇਹ ਕਾਰੋਬਾਰ ਸ਼ੁਰੂ ਕਰਿਆ ਜੀ। ਜਿੰਦਾਬਾਦ। ਜੋ ਕਾਰੋਬਾਰ ਕਰੋ ਤੇ ਅੱਲਾਹ ਪਾਕ ਦੀ ਬਰਕਤ ਬੜੀ ਦਿੰਦਾ। ਜਿੰਦਾਬਾਦ। ਕਿਉਂ ਕਿ ਅਗਰ ਇਹ ਤੁਹਾਡੇ ਪਾਰੇ ਹੋਣ ਦੇ ਐਮਰਜੈਂਸੀ ਵਾਸਤੇ ਵੀ ਅਗਰ ਤੁਹਾਨੂੰ ਕੋਈ ਮੋਟੀ ਮਜਬੂਰੀ ਬਣ ਜਾਂਦੀ ਹੈ, ਤੁਸੀਂ 2 ਡੰਗਰ ਵੇਚ ਲਓ ਤੇ ਤੁਹਾਡੀ ਐਮਰਜੈਂਸੀ ਜਿਹੜੀ ਹੈ ਦੂਰ ਹੋ ਜਾਂਦੀ ਹੈ। ਉਸ ਨੂੰ ਫਿਰ ਉਹਨਾਂ ਡੰਗਰ ਪੇ ਬਣਾਈ ਦੇ, ਉਹ ਤਾਂ ਟੈਨਸ਼ਨ ਕੋਈ ਨਹੀਂ ਹੈ ਮੇਰੇ ਵੀਰੋ। ਅਗਰ ਤੁਸੀਂ ਇਹ ਕਾਰੋਬਾਰ ਕਰਨਾ ਚਾਹੁੰਦੇ ਹੋ ਤਾਂ ਬੇਧੜਕ ਹੋ ਕਰੋ, ਲੇਕਿਨ ਇੱਕ ਨੀਅਤ ਸਾਫ਼ ਤੇ ਦੂਜਾ ਮਾਂ ਬਾਪ ਦੇ ਤਾਬੇ ਰਹੋ ਤੇ ਤੁਹਾਨੂੰ ਕੁਝ ਮਿਲਣਾ ਜੇ ਵਰਨਾ ਘਾਟਾ ਜੇ। ਵਾਹ, ਇਹ ਤੇ ਗੱਲ ਤੁਹਾਨੂੰ ਬੜੀ ਕਮਾਲ ਦੀ ਕਰ ਛੜੀ ਤੇ ਬੜੀ ਬੇਮੋਲ ਗੱਲ ਕਰ ਛੜੀ ਹੈ। ਆਖਰੀ ਗੱਲ ਇਹ ਵੀ ਦੱਸ ਛੜੋ ਕਿ ਨਵਾਂ ਬੰਦਾ ਤਾਜ਼ੀਆਂ ਮੱਝਾਂ ਤੋਂ ਕੰਮ ਸ਼ੁਰੂ ਕਰੇ, ਖਾਂਗੜੀਆਂ ਤੋਂ ਕਿ ਝੋਟੀਆਂ ਤੋਂ? ਅਗਰ ਨਵੇਂ ਬੰਦੇ ਨੇ ਕੰਮ ਸ਼ੁਰੂ ਕਰਨਾ ਤੇ ਉਹ ਕੁਝ ਝੋਟੀਆਂ ਪਾ ਲੈ ਤੇ ਕੁਝ ਤਾਜ਼ੀਆਂ ਮੱਝਾਂ ਪਾ ਲਵੇ। ਠੀਕ ਹੈ। ਤੇ ਕੁਝ ਵਿੱਚ ਖੰਗੜੀਆਂ ਪਾ ਲਵੇ। ਠੀਕ ਹੈ। ਜਿਉਂ ਮਾਰ ਖਾਏਦਾ ਤਾਜ਼ੀਆਂ ਮੱਝਾਂ ਜਿਹੜੀਆਂ ਹੋਣਦੀਆਂ ਉਹਦੀਆਂ ਖਰਚਾ ਬਰਦਾਸ਼ਤ ਕਰਨ ਦੀਆਂ। ਠੀਕ ਹੈ। 1 ਸਾਲ ਮਾਰ ਖਾਏਦਾ ਤੇ ਉਸ ਤੋਂ ਅੱਗੇ ਉਹਦੀਆਂ ਸਾਰੀਆਂ ਤਾਜ਼ੀਆਂ ਹੋ ਜਾਣਦੀਆਂ ਤੇ ਫਿਰ ਨਫੇ ਵਾਲੇ ਪਾਸੇ ਜਾਏਗਾ। ਅਗਰ ਕੌਣ ਨਫਾ ਮੰਗੇ ਤਾਂ ਉਹਨੂੰ ਨਹੀਂ ਮਿਲੇਗਾ। ਜਿੰਦਾਬਾਦ, ਜਿੰਦਾਬਾਦ। ਉਹਨੂੰ ਨਹੀਂ ਮਿਲੇਗਾ, ਇਸ ਵਾਸਤੇ ਨਹੀਂ ਮਿਲੇਗਾ ਕਿ ਉਹਦਾ ਤਜਰਬਾ ਨਹੀਂ ਹੈ। तो इस वास्ते 3 स्टैप रखे दा कि एक स्टैप जाता है दूसरा ताज़ा हो जाता, कोई तीसरा ताज़ा हो जाता, इस तरह का तजर्बा भी बढ़ जाता, फिर उन्हें पता लगे नफसियात का किस तरह दुध लेना इन्होंने किस तरह सामभना, फिर उन्हें पता लग जाता। माशाल्लाह, ज़बरदस्त सर, बहुत शुक्रिया। अस्सलाम वालेकुम।